ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ A.R. ਰੈਡਕਿਲ ਫਰਾਊਨ ਦੇ ਕੰਸੈਪਟ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਫੰਕਸ਼ਨਲਿਜ਼ਮ ਕਾਰਜਾਤਮਕਵਾਦ ਬਾਰੇ ਗੱਲ ਕਰਾਂਗੇ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਜ਼ਿਆਦਾਤਰ ਬੱਚਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ। 90% ਉਹ ਸਟੂਡੈਂਟ ਨੇ ਜਿਹੜੇ ਲੈਕਚਰ ਬਿਨਾਂ ਸਬਸਕ੍ਰਾਈਬ ਕੀਤੇ ਸੁਣਦੇ ਹੈ। ਪਲੀਜ਼ ਮੇਰੀ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਜਦੋਂ ਵੀ ਕੋਈ ਲੈਕਚਰ ਅਪਲੋਡ ਹੋਏਗਾ ਤਾਂ ਤੁਹਾਨੂੰ ਨਾਲ ਦੀ ਨਾਲ ਇਸ ਦਾ ਪਤਾ ਲੱਗ ਜਾਂਦਾ ਹੈ। ਹੁਣ ਅਸੀਂ ਲੈਕਚਰ ਸ਼ੁਰੂ ਕਰਦੇ ਹਾਂ। A.R. ਰੈਡਕਿਲ ਫਰਾਊਨ। ਪਹਿਲਾਂ ਅਸੀਂ ਦੇਖ ਲਈਏ ਰੈਡਕਿਲ ਫਰਾਊਨ ਕੌਣ ਸੀ। ਮਾਨਵ ਵਿਗਿਆਨੀਆਂ ਵਿੱਚ ਕਾਰਜਾਤਮਕਵਾਦ ਦੇ ਦੂਜੇ ਪ੍ਰਮੁੱਖ ਵਿਚਾਰਕ ਰੈਡਕਿਲ ਫਰਾਊਨ ਸਨ। ਉਸ ਦੇ ਵਿਚਾਰਾਂ ਨੇ ਸਮਾਜ ਵਿਗਿਆਨਿਕ ਵਿਚਾਰਧਾਰਾ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ। ਉਹਨਾਂ ਦੇ ਕਾਰਜਾਂ ਦੇ ਸੰਦਰਭ ਵਿੱਚ ਵੱਖ-ਵੱਖ ਸਮਾਜਿਕ ਸੰਸਕ੍ਰਿਤਿਕ ਸੰਸਥਾਵਾਂ ਦੀ ਹੋਂਦ ਨੂੰ ਉਚਿਤ ਠਹਿਰਾਉਣ ਦਾ ਯਤਨ ਕੀਤਾ। ਕੁਝ ਵਿਸ਼ਿਆਂ ਉੱਪਰ ਉਹਨਾਂ ਦੀ ਤੁਲਨਾ ਮੈਲੋਨੋਵਸਕੀ ਨਾਲ ਵੀ ਕੀਤੀ ਜਾਂਦੀ ਹੈ, ਕਿਉਂਕਿ ਸਭ ਤੋਂ ਪਹਿਲੇ ਮਾਨਵ ਵਿਗਿਆਨੀ ਮੈਲੋਨੋਵਸਕੀ ਸੀਗੇ। ਪਰੰਤੂ ਸੱਚ ਤਾਂ ਇਹ ਹੈ ਕਿ ਉਹਨਾਂ ਦੀ ਵਿਚਾਰਧਾਰਾ ਦੀ ਮੌਲਿਕਤਾ ਬਹੁਤ ਹੀ ਸ਼ਲਾਘਾਯੋਗ ਹੈ। ਰੈਡਕਿਲ ਫਰਾਊਨ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ ਜਿਨ੍ਹਾਂ 'ਤੇ ਆਮ ਤੌਰ 'ਤੇ ਕੁਐਸਚਨ ਪੁੱਛ ਲਿਆ ਜਾਂਦਾ ਹੈ। ਦ ਡਿਵੈਲਪਮੈਂਟ ਆਫ ਸੋਸ਼ਲ ਐਂਥਰੋਪੋਲੋਜੀ, ਸਭ ਤੋਂ ਜ਼ਿਆਦਾ ਇੰਪੋਰਟੈਂਟ ਬੁੱਕ ਜਿਹੜੀ ਹੈਗੀ ਹੈ ਸਟਰਕਚਰ ਐਂਡ ਫੰਕਸ਼ਨ ਆਫ ਪ੍ਰਿਮਿਟਿਵ ਸੋਸਾਇਟੀ। ਨੈਕਸਟ ਹੈਗੀ ਆ ਅ ਨੈਚੁਰਲ ਸਾਇੰਸ ਆਫ ਸੋਸਾਇਟੀ। ਤਿੰਨੋਂ ਹੀ ਕਾਫੀ ਮਸ਼ਹੂਰ ਬੁੱਕਸ ਹੈਗੀਆਂ ਨੇਗੀਆਂ, ਪਰੰਤੂ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ ਸਟਰਕਚਰ ਐਂਡ ਫੰਕਸ਼ਨ ਆਫ ਪ੍ਰਿਮਿਟਿਵ ਸੋਸਾਇਟੀ ਆਫ। ਹਾਂਜੀ, ਅੱਗੇ ਅਸੀਂ ਦੇਖਦੇ ਹਾਂ ਕਿ ਰੈਡਕਿਲ ਫਰਾਊਨ ਦਾ ਫੰਕਸ਼ਨਲਿਜ਼ਮ ਕੀ ਹੈ, ਕਾਰਜਾਤਮਕਵਾਦ। ਰੈਡਕਿਲ ਫਰਾਊਨ ਦੇ ਕਾਰਜਾਤਮਕਵਾਦ ਨੂੰ ਸਮਝਣ ਦੇ ਲਈ ਖੁਦ ਕਾਰਜ ਦੇ ਅਰਥ ਨੂੰ ਸਮਝਣਾ ਜ਼ਰੂਰੀ ਹੈ। ਕਾਰਜ ਦੀ ਧਾਰਨਾ 19ਵੀਂ ਸਦੀ ਦੇ ਅੰਤਿਮ ਪੜਾਅ ਵਿੱਚ ਤੱਤ ਗਿਆਨ ਸੰਬੰਧੀ ਤਰਕ ਬਿਤਰਕ ਦੇ ਵਿਚਕਾਰ ਰੋਸ਼ਨੀ ਪਾਉਂਦੀ ਹੈ। ਇਸ ਦਾ ਸੰਬੰਧ ਡਾਰਵਿਨਵਾਦ ਨਾਲ ਸੀ, ਜਿਸ ਨੂੰ ਸਭ ਤੋਂ ਪਹਿਲਾਂ ਸਮਾਜਿਕ ਵਿਚਾਰਕ ਹਰਬਰਟ ਸਪੈਂਸਰ ਨੇ ਸਮਾਜ ਵਿਗਿਆਨ ਦੇ ਸਾਹਿਤ ਵਿੱਚ ਵਰਤਿਆ ਸੀ। ਉਸੇ ਤਰ੍ਹਾਂ ਸਮਾਜ ਵੀ ਅਨੇਕਾਂ ਇਕਾਈਆਂ ਦੇ ਜੋੜ ਤੋਂ ਬਣਿਆ ਹੁੰਦਾ ਹੈ, ਜਿਵੇਂ ਮਨੁੱਖੀ ਸਰੀਰ ਬਣਿਆ ਹੁੰਦਾ ਹੈ। ਸਮਾਜਿਕ ਵਿਵਸਥਾ ਇਹਨਾਂ ਇਕਾਈਆਂ ਨਾਲ ਕੀਤੇ ਜਾਣ ਵਾਲੇ ਅਨੇਕਾਂ ਕੰਮਾਂ ਉੱਤੇ ਨਿਰਭਰ ਕਰਦੀ ਹੈ। ਜਿਵੇਂ ਜੀਵ ਦਾ ਵਿਕਾਸ ਹੁੰਦਾ ਹੈ, ਉਸ ਦੇ ਸਰੀਰ ਦੇ ਵੱਖ-ਵੱਖ ਅੰਗਾਂ ਦਾ ਵਿਕਾਸ ਹੁੰਦਾ ਹੈ ਅਤੇ ਹਰੇਕ ਅੰਗ ਇੱਕ ਵਿਸ਼ੇਸ਼ ਕੰਮ ਕਰਦਾ ਹੈ। ਮੁੱਢਲੀ ਅਵਸਥਾ ਵਿੱਚ ਜਿਵੇਂ ਕਿ ਅਮੀਬਾ, ਜੋ ਕਿ ਇੱਕ ਕੋਸ਼ਾਣੂ ਤੋਂ ਬਣਿਆ ਹੈ, ਇਸ ਦੇ ਵੱਖ-ਵੱਖ ਕੰਮ ਕੋਸ਼ਟ ਰਾਹੀਂ ਕੀਤੇ ਜਾਂਦੇ ਹਨ। ਲੇਕਿਨ ਵਿਕਸਿਤ ਜੀਵ ਜਿਵੇਂ ਕਿ ਮਨੁੱਖ ਦੇ ਸਰੀਰ ਦੇ ਵੱਖ-ਵੱਖ ਅੰਗ ਕੰਮ ਕਰਦੇ ਹਨ। ਇਹੀ ਗੱਲ ਸਮਾਜ ਉੱਤੇ ਵੀ ਲਾਗੂ ਹੁੰਦੀ ਹੈ। ਆਦਿਮ ਸਮਾਜਾਂ ਵਿੱਚ ਇੱਕ ਹੀ ਵਿਅਕਤੀ ਪੁਜਾਰੀ, ਡਾਕਟਰ, ਸ਼ਾਸਕ ਦਾ ਕੰਮ ਕਰਦਾ ਸੀ, ਪਰੰਤੂ ਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੁੰਦਾ ਹੈ, ਸਮਾਜ ਵਿੱਚ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਵੱਧਦਾ ਜਾਂਦਾ ਹੈ ਅਤੇ ਸਮਾਜ ਦੀ ਹਰੇਕ ਇਕਾਈ ਇੱਕ ਵਿਸ਼ੇਸ਼ ਕੰਮ ਕਰਦੀ ਹੈ। ਇਸ ਤਰ੍ਹਾਂ ਬਰਾਊਨ ਨੇ ਸਮਾਜਿਕ ਵਿਵਸਥਾ ਨੂੰ ਵਿਕਾਸਸ਼ੀਲ ਕਾਰਜਾਤਮਕ ਪ੍ਰਕਿਰਿਆ ਦੇ ਰੂਪ ਵਿੱਚ ਸਪਸ਼ਟ ਕੀਤਾ ਹੈ। ਰੈਡਕਿਲ ਫਰਾਊਨ ਦੇ ਸ਼ਬਦਾਂ ਵਿੱਚ ਸੰਰਚਨਾ ਅਤੇ ਕਾਰਜ ਦੀਆਂ ਧਾਰਨਾਵਾਂ ਦੀ ਵਰਤੋਂ ਤਦ ਹੀ ਹੋ ਸਕਦੀ ਹੈ ਜਦੋਂ ਸਮਾਜ ਅਤੇ ਜੀਵਤ ਸੰਜੀਵ ਦੀ ਸਮਾਨਤਾ ਨੂੰ ਸਵੀਕਾਰ ਕਰ ਲਿਆ ਜਾਵੇ, ਭਾਵ ਸਮਾਜ ਨੂੰ ਵੀ ਮਨੁੱਖੀ ਸਰੀਰ ਦੇ ਵਾਂਗ ਹੀ ਮੰਨ ਲਿਆ ਜਾਵੇ। ਇਸ ਸਮਾਨਤਾ ਨੂੰ ਹੋਰ ਵੀ ਸਪਸ਼ਟ ਕਰਦੇ ਹੋਏ ਬਰਾਊਨ ਦੱਸਦੇ ਹਨ ਕਿ ਇੱਕ ਜੀਵ, ਇੱਕ ਸੰਜੀਵ ਦਾ ਜੀਵਨ ਉਸ ਦੀ ਰਚਨਾ ਦੇ ਕਾਰਜ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਕਾਰਜ ਦੀ ਨਿਰੰਤਰਤਾ ਦੇ ਮਾਧਿਅਮ ਨਾਲ ਹੀ ਸੰਰਚਨਾ ਦੀ ਨਿਰੰਤਰਤਾ ਬਣੀ ਰਹਿੰਦੀ ਹੈ। ਜੇ ਅਸੀਂ ਕਿਸੇ ਇੱਕ ਹਿੱਸੇ ਜਾਂ ਅੰਗ ਦੀ ਵਿਵੇਚਨਾ ਕਰੀਏ ਤਾਂ ਉਸ ਦਾ ਕੰਮ ਉਹ ਭੂਮਿਕਾ ਹੈ ਜਿਹੜੀ ਕਿ ਉਹ ਅਦਾ ਕਰਦਾ ਹੈ ਜਾਂ ਉਹ ਯੋਗਦਾਨ ਦਿੰਦਾ ਹੈ, ਜਿਹੜਾ ਕਿ ਉਹ ਸਮਗਰ ਰੂਪ ਵਿੱਚ ਸੰਜੀਵ ਦੇ ਜੀਵਨ ਨੂੰ ਦਿੰਦਾ ਹੈ। ਹੁਣ ਜੇ ਅਸੀਂ ਮਨੁੱਖੀ ਸਰੀਰ ਦੀ ਗੱਲ ਕਰਦੇ ਹਾਂ ਤਾਂ ਵੱਖ-ਵੱਖ ਅੰਗ ਨੇ ਜਿਹੜੇ ਉਹ ਆਪਣਾ ਆਪਣਾ ਕੰਮ ਕਰਦੇ ਨੇ। ਰੈਡਕਲਿਫ ਬਰਾਊਨ ਇਹੀ ਦੱਸਣਾ ਚਾਹੁੰਦਾ ਹੈ ਕਿ ਸਮਾਜ ਦੇ ਵਿੱਚ ਵੀ ਵੱਖ-ਵੱਖ ਇਕਾਈਆਂ ਨੇ, ਉਹ ਸਰੀਰ ਦਾ ਅੰਗ ਹੁੰਦੀਆਂ ਨੇ ਅਤੇ ਉਹ ਆਪਣਾ ਆਪਣਾ ਕੰਮ ਕਰਦੀਆਂ ਹਨ। ਰੈਡਕਲਿਫ ਬਰਾਊਨ ਦੇ ਅਨੁਸਾਰ ਸੰਜੀਵੀ ਵਿਵਸਥਾ ਰਾਹੀਂ ਵੱਖ-ਵੱਖ ਸਮੱਸਿਆਵਾਂ ਨੂੰ ਵਿਚਾਰਿਆ ਗਿਆ ਹੈ। ਰਚਨਾ ਸ਼ਾਸਤਰ, ਮੋਰਫੋਲੋਜੀ ਅਰਥਾਤ ਸੰਰਚਨਾ ਦਾ ਅਧਿਐਨ, ਸਰੀਰ ਵਿਗਿਆਨ ਫਿਜ਼ੀਓਲੋਜੀ ਅਰਥਾਤ ਕਾਰਜ ਦਾ ਅਧਿਐਨ ਅਤੇ ਉਸ ਦਾ ਵਿਕਾਸ। ਇਹ ਤਿੰਨੋਂ ਵਿਸ਼ੇ ਸਮਾਜਿਕ ਜੀਵਨ ਉੱਤੇ ਵੀ ਲਾਗੂ ਹੁੰਦੇ ਹਨ। ਵੱਖ-ਵੱਖ ਵਿਅਕਤੀ ਸਮਾਜਿਕ ਸੰਬੰਧਾਂ ਰਾਹੀਂ ਇੱਕ ਦੂਜੇ ਨਾਲ ਬੰਨੇ ਹੋਏ ਹੁੰਦੇ ਹਨ। ਇੱਕ ਸੰਪੂਰਨਤਾ ਦੇ ਅੰਤਰਗਤ ਉਹ ਅਜਿਹੇ ਕੰਮ ਕਰਦੇ ਹਨ ਜਿਸ ਨਾਲ ਇਹ ਸੰਪੂਰਨਤਾ ਬਣੀ ਰਹਿੰਦੀ ਹੈ। ਸੰਪੂਰਨਤਾ ਦੀ ਸੰਰਚਨਾ ਦੀ ਨਿਰੰਤਰਤਾ ਵਿਅਕਤੀਆਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਉੱਤੇ ਨਿਰਭਰ ਕਰਦੀ ਹੈ। ਇੱਕ ਸਮੁਦਾਇ ਦਾ ਸਮਾਜਿਕ ਜੀਵਨ ਸਮਾਜਿਕ ਸੰਰਚਨਾ ਦਾ ਕਾਰਜ ਹੈ। ਰੈਡਕਲਿਫ ਬਰਾਊਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਾਰਜਵਾਦ ਅਤੇ ਜੀਵਵਾਦ ਵਿੱਚ ਇੱਕ ਨਾ ਟੁੱਟਣ ਵਾਲਾ ਸੰਬੰਧ ਹੈ। ਉਸ ਦੇ ਸ਼ਬਦਾਂ ਵਿੱਚ ਮਨੁੱਖੀ ਸਮਾਜ ਉੱਤੇ ਤਜਰਬੇ ਕੀਤੇ ਜਾਣ ਵਾਲੇ ਕਾਰਜ ਦੀ ਧਾਰਨਾ ਸਮਾਜਿਕ ਜੀਵਨ ਅਤੇ ਸੰਜੀਵੀ ਜੀਵਨ ਵਿੱਚ ਮਿਲਣ ਵਾਲੀ ਸਮਾਨਤਾ ਉੱਤੇ ਆਧਾਰਿਤ ਹੈ। ਰੈਡਕਲਿਫ ਬਰਾਊਨ ਦੇ ਅਨੁਸਾਰ ਇਸ ਧਾਰਨਾ ਨੂੰ ਸਭ ਤੋਂ ਪਹਿਲਾਂ 1895 ਵਿੱਚ ਇਮਾਇਲ ਦੁਰਖਾਈਮ ਨੇ ਵਰਤਿਆ। ਬਰਾਊਨ ਦੇ ਅਨੁਸਾਰ ਕਾਰਜ ਦੇ ਅਨੇਕ ਮੰਨੇ ਜਾਣ ਵਾਲੇ ਅਰਥ ਹੋ ਸਕਦੇ ਹਨ। ਉਹਨਾਂ ਵਿੱਚੋਂ ਮਹੱਤਵਪੂਰਨ ਅਰਥ ਹਨ ਗਿਣਤ ਵਿਗਿਆਨ ਅਰਥ ਵਿੱਚ ਕਾਰਜ, ਉਪਯੋਗੀ ਕਿਰਿਆ ਦੇ ਰੂਪ ਵਿੱਚ ਕਾਰਜ, ਤੀਜਾ ਉਚਿਤ ਕਿਰਿਆ ਦੇ ਰੂਪ ਵਿੱਚ ਕਾਰਜ, ਚੌਥਾ ਵਿਵਸਥਾ ਨਿਰਧਾਰਿਤ ਕਿਰਿਆ ਦੇ ਰੂਪ ਵਿੱਚ ਕਾਰਜ। ਇਹਨਾਂ ਚਾਰ ਕਾਰਜਾਂ ਬਾਰੇ ਰੈਡਕਲਿਫ ਬਰਾਊਨ ਸਾਨੂੰ ਦੱਸਦੇ ਹਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਗਿਣਤ ਵਿਗਿਆਨ ਦ੍ਰਿਸ਼ਟੀਕੋਣ ਤੋਂ ਕਾਰਜ ਦਾ ਅਰਥ। ਗਣਿਤ ਵਿਗਿਆਨ ਦ੍ਰਿਸ਼ਟੀਕੋਣ ਤੋਂ ਕਾਰਜ ਦਾ ਅਰਥ ਹੈ ਉਸ ਤੱਥ ਤੋਂ ਜਿਸ ਦਾ ਮੁੱਲ ਵੈਲਿਊ ਨਿਰਧਾਰਿਤ ਇੱਕ ਜਾਂ ਇੱਕ ਤੋਂ ਵੱਧ ਤੱਥਾਂ ਰਾਹੀਂ ਹੁੰਦਾ ਹੈ। ਜੇ ਆੜਾ ਅਤੇ ਬੱਬਾ ਆੜਾ ਬੱਬੇ ਦੇ ਬਰਾਬਰ ਹੈ ਤਾਂ ਆੜੇ ਦਾ ਕਾਰਜ ਹੈ ਬੱਬੇ ਦੇ ਮੁੱਲ ਦਾ ਨਿਰਧਾਰਨ ਕਰਨਾ। ਉਸੇ ਤਰ੍ਹਾਂ ਜੇ ਆੜਾ ਬਰਾਬਰ ਹੈ ਬੱਬੇ ਤੇ ਸੱਸੇ ਦੇ ਤਾਂ ਆੜੇ ਦਾ ਕੰਮ ਇਹਨਾਂ ਤਿੰਨਾਂ ਤੱਥਾਂ ਦਾ ਮੁੱਲ ਨਿਰਧਾਰਨ ਕਰਨਾ ਹੈ। ਅਸੀਂ ਸਾਰੇ ਸਮਾਜਿਕ ਸੰਬੰਧਾਂ ਨੂੰ ਗਿਣਤ ਸ਼ਾਸਤਰ ਦੇ ਕਾਰਜ ਦੇ ਰੂਪ ਵਿੱਚ ਵਰਣਨ ਨਹੀਂ ਕਰ ਸਕਦੇ ਕਿਉਂਕਿ ਸਮਾਜਿਕ ਸੰਬੰਧ ਅਮੂਰਤ ਹਨ ਜਿਸ ਨੂੰ ਗਿਣਤ ਸ਼ਾਸਤਰ ਦੇ ਆਧਾਰ 'ਤੇ ਨਹੀਂ ਸਮਝਿਆ ਜਾ ਸਕਦਾ। ਸੈਕਿੰਡ, ਸਰਗਰਮੀ ਦੇ ਰੂਪ ਵਿੱਚ ਵੀ ਕਾਰਜ ਦਾ ਅਰਥ ਸਮਝਿਆ ਜਾ ਸਕਦਾ ਹੈ। ਸਰਵਜਨਕ ਅਤੇ ਸੰਸਥਾਗਤ ਉਸਤਵਾਂ ਅਤੇ ਸਰਗਰਮੀਆਂ ਨੂੰ ਕਾਰਜ ਕਿਹਾ ਜਾਂਦਾ ਹੈ। ਜਦੋਂ ਕੋਈ ਸੰਸਥਾ ਆਪਣੇ ਮੈਂਬਰ ਦੇ ਲਈ ਲਾਭਵੰਦ ਕਿਰਿਆਵਾਂ ਕਰਦੀ ਹੈ ਤਾਂ ਉਸ ਸੰਸਥਾ ਦਾ ਕਾਰਜ ਹੈ। ਤੀਜੇ ਅਰਥ ਵਿੱਚ ਕਾਰਜ ਇੱਕ ਲਾਭਦਾਇਕ ਸਰਗਰਮੀ ਹੈ। ਬਰਾਊਨ ਦੇ ਅਨੁਸਾਰ ਉਚਿਤ ਕਿਸੇ ਵੀ ਅਰਥ ਵਿੱਚ ਉਪਯੋਗੀ ਸਰਗਰਮੀ ਦਾ ਸਮਾਨਾਰਥਕ ਨਹੀਂ ਹੈ। ਕੋਈ ਵੀ ਕੰਮ ਕਿਸੇ ਵਿਅਕਤੀ ਦੇ ਲਈ ਉਪਯੋਗੀ ਹੋ ਸਕਦਾ ਹੈ ਲੇਕਿਨ ਜ਼ਰੂਰੀ ਨਹੀਂ ਕਿ ਦੂਸਰੇ ਵਿਅਕਤੀ ਲਈ ਵੀ ਉਹ ਉਪਯੋਗੀ ਹੋਵੇ। ਜਿਵੇਂ ਕੋਈ ਵਿਅਕਤੀ ਗਰੀਬੀ ਤੋਂ ਬਚਣ ਦੇ ਲਈ ਜੇਕਰ ਆਤਮ ਹੱਤਿਆ ਕਰ ਲੈਂਦਾ ਹੈ ਤਾਂ ਇਹ ਕੰਮ ਹੋ ਸਕਦਾ ਹੈ ਕਿ ਉਸਦੀ ਦ੍ਰਿਸ਼ਟੀ ਵਿੱਚ ਲਾਭਦਾਇਕ ਹੋਵੇ
परंतु समाजिक दृष्टिकोण तो यह काम उचित नहीं है। चौथा, ब्राउन के अनुसार कार्य ਨੂੰ ਵਿਵਸਥਿਤ, ਨਿਰਧਾਰਿਤ ਅਤੇ ਵਿਵਸਥਿਤ ਪੋਸ਼ਕ ਸਰਗਰਮੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਅਨੇਕਾਂ ਸਮਾਜ ਵਿਗਿਆਨੀਆਂ ਅਤੇ ਮਾਨਵ ਵਿਗਿਆਨੀਆਂ ਨੇ ਕਾਰਜ ਦੀ ਇਸ ਅਰਥ ਵਿੱਚ ਵਰਤੋਂ ਕੀਤੀ ਹੈ। ਉਹਨਾਂ ਦੇ ਅਨੁਸਾਰ ਵਿਵਸਥਾ, ਰਾਜਨੀਤਿਕ ਵਿਵਸਥਾ, ਧਾਰਮਿਕ ਵਿਵਸਥਾ, ਸੰਸਕ੍ਰਿਤਿਕ ਵਿਵਸਥਾ, ਇਹਨਾਂ ਦੇ ਸਾਂਝੇ ਰੂਪ ਨੂੰ ਅਕਸਰ ਸਮਾਜਿਕ ਵਿਵਸਥਾ ਦਾ ਨਾਂ ਦਿੱਤਾ ਜਾਂਦਾ ਹੈ। ਇਹਨਾਂ ਵਿੱਚੋਂ ਹਰੇਕ ਵਿਵਸਥਾ ਦੇ ਅੰਤਰਗਤ ਇੱਕ ਤੋਂ ਵੱਧ ਤੱਤ ਹੁੰਦੇ ਹਨ। ਹਰੇਕ ਇਕਾਈ ਦਾ ਇੱਕ ਵਿਸ਼ੇਸ਼ ਸਥਾਨ ਹੁੰਦਾ ਹੈ ਅਤੇ ਉਸ ਸਥਾਨ ਉੱਤੇ ਰਹਿੰਦੇ ਹੋਏ ਉਹ ਇਕਾਈਆਂ ਜਿਹੜੀਆਂ ਆਪਣੇ ਆਪਣੇ ਨਿਰਧਾਰਿਤ ਕੰਮ ਕਰਦੀਆਂ ਹਨ, ਉਹ ਕੰਮ ਨੂੰ ਸਮੇਲਿਤ ਰੂਪ ਵਿੱਚ ਵਿਵਸਥਾ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ। ਇਸ ਤਰ੍ਹਾਂ ਦੇ ਕਾਰਜ ਵਿਵਸਥਾ ਦੇ ਪੋਸ਼ਕ ਹਨ। ਵਿਵਸਥਾ ਵੱਲੋਂ ਨਿਰਧਾਰਿਤ ਅਤੇ ਵਿਵਸਥਾ ਦੀਆਂ ਪੋਸ਼ਕ ਕਿਰਿਆਵਾਂ ਨੂੰ ਹੀ ਕਾਰਜ ਕਿਹਾ ਜਾਂਦਾ ਹੈ। ਰੈਡਕਿਲ ਬਰਾਊਨ ਨੇ ਕਾਰਜ ਨੂੰ ਵੱਖ-ਵੱਖ 4 ਭਾਗਾਂ ਵਿੱਚ ਪਰਿਭਾਸ਼ਿਤ ਕੀਤਾ ਹੈ। ਉਸ ਦੇ ਅਨੁਸਾਰ ਕਿਸੇ ਸਮਾਜਿਕ ਤੱਤ ਦਾ ਕਾਰਜ ਉਸ ਤੱਤ ਦਾ ਉਹ ਯੋਗਦਾਨ ਹੈ ਜਿਹੜਾ ਕਿ ਉਹ ਸਮਾਜਿਕ ਵਿਵਸਥਾ ਦੀ ਸਰਗਰਮੀ ਵਜੋਂ ਸਮਾਜਿਕ ਜੀਵਨ ਨੂੰ ਪ੍ਰਦਾਨ ਕਰਦਾ ਹੈ। ਰੈਡਕਿਲ ਬਰਾਊਨ ਦੇ ਅਨੁਸਾਰ ਸਮਾਜਿਕ ਵਿਵਸਥਾ ਦੀ ਕਾਰਜਸ਼ੀਲਤਾ ਇਸ ਦੇ ਅੰਤਰਗਤ ਪਾਏ ਜਾਣ ਵਾਲੇ ਤੱਤਾਂ ਦੀਆਂ ਕਿਰਿਆਵਾਂ ਦਾ ਇੱਕ ਸਾਂਝਾ ਰੂਪ ਹੁੰਦੀ ਹੈ। ਇਸ ਤਰ੍ਹਾਂ ਸਮਾਜਿਕ ਵਿਵਸਥਾ ਦੇ ਵੱਖ-ਵੱਖ ਤੱਤ ਆਪਣੀਆਂ ਕਿਰਿਆਵਾਂ ਰਾਹੀਂ ਸਮਾਜ ਦੀ ਹੋਂਦ ਨੂੰ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਇਹ ਯੋਗਦਾਨ ਹੀ ਇਹਨਾਂ ਤੱਤਾਂ ਦਾ ਕਾਰਜ ਹੈ। ਮੈਲਿਨੋਵਸਕੀ ਅਤੇ ਰੈਡਕਿਲ ਬਰਾਊਨ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਬੁਨਿਆਦੀ ਅੰਤਰ ਹੈ। ਰੈਡਕਿਲ ਬਰਾਊਨ ਨੇ ਮੈਲਿਨੋਵਸਕੀ ਦੀ ਤਰ੍ਹਾਂ ਸੰਸਕ੍ਰਿਤਿਕ ਤੱਤਾਂ ਦੇ ਇਹਨਾਂ ਕੰਮਾਂ ਰਾਹੀਂ ਵਿਅਕਤੀ ਦੀ ਹੋਂਦ ਉੱਤੇ ਜ਼ਿਆਦਾ ਜ਼ੋਰ ਨਾ ਦੇ ਕੇ ਸਮਾਜ ਦੀ ਹੋਂਦ ਨੂੰ ਵਧੇਰੇ ਪ੍ਰਧਾਨਤਾ ਦਿੱਤੀ ਹੈ। ਇਸ ਦੇ ਅਨੁਸਾਰ ਸੰਸਕ੍ਰਿਤਿਕ ਤੱਤ ਜੋ ਕੰਮ ਕਰਦੇ ਹਨ, ਉਹਨਾਂ ਦੇ ਫਲਸਰੂਪ ਹੀ ਸਮਾਜ ਦੀ ਹੋਂਦ ਬਣੀ ਰਹਿੰਦੀ ਹੈ। ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਦੇ ਲਈ ਉਸ ਨੇ ਸਮਾਜ ਦੀ ਇੱਕ ਜੀਵ ਨਾਲ ਤੁਲਨਾ ਕੀਤੀ ਹੈ। ਜਿਸ ਜੀਵ ਦੇ ਸਰੀਰ ਵਿੱਚ ਹਰੇਕ ਅੰਗ ਵਿਸ਼ੇਸ਼ ਕੰਮ ਕਰਦਾ ਹੈ, ਇਹਨਾਂ ਵੱਖ-ਵੱਖ ਕੰਮਾਂ ਦੇ ਕਾਰਨ ਹੀ ਹਰੇਕ ਅੰਗ ਦੂਜੇ ਨਾਲ ਵੰਜਿਆ ਹੋਇਆ ਹੈ। ਇਹ ਅੰਤਰ ਸੰਬੰਧਾਂ ਦੇ ਕਾਰਨ ਹੀ ਸਰੀਰ ਦਾ ਸੰਗਠਨ ਹੁੰਦਾ ਹੈ। ਜਦ ਤੱਕ ਸੰਜੀਵ ਜਿਉਂਦਾ ਹੈ ਤਦ ਤੱਕ ਇਹ ਸੰਗਠਨ ਲਾਜ਼ਮੀ ਹੈ। ਜਿਹੜੀ ਗੱਲ ਸੰਜੀਵ ਅਤੇ ਉਸਦੇ ਵੱਖ-ਵੱਖ ਕੋਸ਼ਾਨੂਆਂ ਦੇ ਸੰਬੰਧ ਵਿੱਚ ਸੱਚ ਹੈ, ਉਹ ਗੱਲ ਸੰਸਕ੍ਰਿਤੀ, ਉਸਦੇ ਤੱਤਾਂ ਅਤੇ ਉਸਦੇ ਸੰਗਠਨ ਬਾਰੇ ਵੀ ਸੱਚ ਹੈ। ਬਰਾਊਨ ਦੇ ਅਨੁਸਾਰ ਵੱਖ-ਵੱਖ ਇਕਾਈਆਂ ਦੇ ਸੰਤੁਲਿਤ ਕੰਮਾਂ ਦੇ ਫਲਸਰੂਪ ਹੀ ਸਮਾਜਿਕ ਵਿਵਸਥਾ ਅਤੇ ਸਮਾਜਿਕ ਸੰਤੁਲਨ ਕੰਮਾਂ ਦੇ ਫਲਸਰੂਪ ਹੀ ਸਮਾਜਿਕ ਵਿਵਸਥਾ ਅਤੇ ਸਮਾਜਿਕ ਸੰਤੁਲਨ ਬਣਿਆ ਰਹਿੰਦਾ ਹੈ। ਬਰਾਊਨ ਦੇ ਅਨੁਸਾਰ ਕਾਰਜ ਉਹ ਯੋਗਦਾਨ ਹੈ ਜੋ ਕਿ ਇੱਕ ਅੰਸ਼ਿਕ ਕਿਰਿਆ ਉਸ ਪੂਰਨ ਕਿਰਿਆ ਦੇ ਲਈ ਕਰਦਾ ਹੈ ਜਿਸ ਦਾ ਕਿ ਉਹ ਇੱਕ ਹਿੱਸਾ ਹੈ। ਜਦ ਇਹ ਕਾਰਜ ਆਪਸੀ ਸੰਘਰਸ਼ ਪੈਦਾ ਨਹੀਂ ਕਰਦੇ ਬਲਕਿ ਸਮਾਜਿਕ ਸੰਤੁਲਨ ਪੈਦਾ ਕਰਦੇ ਹਨ ਤਾਂ ਇਹ ਕਾਰਜਾਤਮਕ ਏਕਤਾ ਦੀ ਹਾਲਤ ਅਖਵਾਉਂਦੀ ਹੈ। ਇਸ ਤਰ੍ਹਾਂ ਜਦੋਂ ਵਿਵਸਥਾ ਦੀਆਂ ਵੱਖ-ਵੱਖ ਸੰਸਥਾਵਾਂ ਆਪਣਾ ਕੰਮ ਕਰਦੀਆਂ ਨੇ ਤਾਂ ਉਹਦੇ ਵਿੱਚ ਜਦੋਂ ਸੰਘਰਸ਼ ਨਹੀਂ ਹੁੰਦਾ ਤਾਂ ਉਹ ਸਮਾਜ ਦੇ ਵਿੱਚ ਇੱਕ ਸੰਤੁਲਨ ਪੈਦਾ ਕਰਦੇ ਹਨ। ਰੈਡਕਿਲ ਬਰਾਊਨ ਦੇ ਕਾਰਜਾਤਮਕਵਾਦ ਦੀ ਆਲੋਚਨਾ ਵੀ ਕੀਤੀ ਗਈ ਹੈ ਜੋ ਕਿ ਅਸੀਂ ਦੇਖਦੇ ਹਾਂ। ਆਧੁਨਿਕ ਵਿਚਾਰਕਾਂ ਜਿਨ੍ਹਾਂ ਵਿੱਚ ਮਾਰਟਨ, ਪਰਸਨਸ, ਲੈਵੀ-ਸਟ੍ਰਾਸ ਦੇ ਨਾਮ ਵਰਣਨਯੋਗ ਹਨ, ਦੇ ਅਨੁਸਾਰ ਸਮਾਜ ਦੇ ਅਧਿਐਨ ਦੇ ਲਈ ਸਮਾਜ ਨੂੰ ਬਣਾਉਣ ਵਾਲੀਆਂ ਵੱਖ-ਵੱਖ ਇਕਾਈਆਂ ਦੇ ਕਾਰਜਾਂ ਨੂੰ ਸਮਾਜਿਕ ਸੰਰਚਨਾ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਬਲਕਿ ਇਹਨਾਂ ਨੂੰ ਸਮਾਜਿਕ ਸੰਰਚਨਾ ਦੇ ਸਤਰੰਭ ਵਿੱਚ ਹੀ ਵੱਖ-ਵੱਖ ਇਕਾਈਆਂ ਦੇ ਕਾਰਜਾਂ ਨੂੰ ਸਮਝਿਆ ਜਾ ਸਕਦਾ ਹੈ। ਸਰੀਰ ਦੇ ਵੱਖ-ਵੱਖ ਅੰਗ ਜਿਵੇਂ ਨੱਕ, ਕੰਨ ਆਦਿ ਦੇ ਕੰਮਾਂ ਨੂੰ ਅਸੀਂ ਸਰੀਰਕ ਸੰਰਚਨਾ
ਦੇ ਰਾਹੀਂ ਹੀ ਸਮਝ ਸਕਦੇ ਹਾਂ। ਇਸ ਤਰ੍ਹਾਂ ਸਿਰਫ ਕਾਰਜਾਤਮਕਵਾਦ ਆਧਾਰ 'ਤੇ ਅਸੀਂ ਵੱਖ-ਵੱਖ ਇਕਾਈਆਂ ਦੇ ਕੰਮਾਂ ਨੂੰ ਨਹੀਂ ਸਮਝ ਸਕਦੇ। ਇਸ ਦੀ ਆਲੋਚਨਾ ਮਰਟਨ ਨੇ ਕੀਤੀ ਹੈ। ਮਰਟਨ ਦੇ ਅਨੁਸਾਰ ਕਾਰਜਵਾਦੀਆਂ ਦੇ ਅਨੁਸਾਰ ਸਮਾਜਿਕ ਸਿਰਜਣਾ ਦੀਆਂ ਸਾਰੀਆਂ ਇਕਾਈਆਂ ਕੋਈ ਮਹੱਤਵਪੂਰਨ ਕਾਰਜ ਕਰਦੀਆਂ ਹਨ, ਪਰੰਤੂ ਮਰਟਨ ਅਨੁਸਾਰ ਕਈ ਸਮਾਜਿਕ ਇਕਾਈਆਂ ਅਕਾਰਜ ਹਨ, ਭਾਵ ਡਿਸਫੰਕਸ਼ਨ ਹਨ, ਅਤੇ ਇਸ ਤਰ੍ਹਾਂ ਇਹਨਾਂ ਸਮਾਜਿਕ ਵਿਘਟਨ ਦਾ ਕਾਰਨ ਬਣਦੀਆਂ ਹਨ। ਕੁਝ ਅਜਿਹੀਆਂ ਇਕਾਈਆਂ ਵੀ ਹਨ ਜਿਹੜੀਆਂ ਕੋਈ ਕਾਰਜ ਨਹੀਂ ਕਰਦੀਆਂ, ਨਾਨ ਫੰਕਸ਼ਨਲ ਹਨ, ਲੇਕਿਨ ਸਮਾਜ ਵਿੱਚ ਹੋਰ ਇਕਾਈਆਂ ਦੇ ਨਾਲ ਜੁੜੀਆਂ ਰਹਿੰਦੀਆਂ ਹਨ। ਮਰਟਨ ਦਾ ਅਸੀਂ ਇਹ ਕੰਸੈਪਟ ਫੰਕਸ਼ਨਲਿਜ਼ਮ, ਡਿਸਫੰਕਸ਼ਨਲਿਜ਼ਮ ਅਤੇ ਨਾਨ ਫੰਕਸ਼ਨਲਿਜ਼ਮ, ਇਹ ਅਸੀਂ ਮਰਟਨ ਦੇ ਜਦੋਂ ਕੰਸੈਪਟ ਕਵਰ ਕਰਾਂਗੇ ਉਦੋਂ ਅਸੀਂ ਡਿਟੇਲ ਦੇ ਵਿੱਚ ਦੇਖਾਂਗੇ ਕੀ ਹੁੰਦਾ ਹੈ। ਮਰਟਨ ਦੇ ਅਨੁਸਾਰ ਕਾਰਜਵਾਦੀਆਂ ਨੇ ਇਹ ਮੰਨ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਸਮਾਨ ਇਕਾਈਆਂ ਸਾਰੀਆਂ ਸਮਾਜਿਕ ਸੰਰਚਨਾਵਾਂ ਵਿੱਚ ਇੱਕੋ ਜਿਹੇ ਕੰਮ ਕਰਦੀਆਂ ਹਨ। ਮਰਟਨ ਦੇ ਅਨੁਸਾਰ ਸਮਾਜਿਕ ਇਕਾਈਆਂ ਦੇ ਕਾਰਜਾਂ ਦੀ ਪ੍ਰਕਿਰਤੀ ਸਮਾਜਿਕ ਸੰਰਚਨਾ ਉੱਪਰ ਆਧਾਰਿਤ ਹੈ। ਸਮਾਨ ਇਕਾਈਆਂ ਵੱਖ-ਵੱਖ ਸਮਾਜਿਕ ਸੰਰਚਨਾਵਾਂ ਵਿੱਚ ਵੱਖ-ਵੱਖ ਕੰਮ ਕਰਦੀਆਂ ਹਨ। ਇਸ ਤਰ੍ਹਾਂ ਸਰਵ-ਵਿਆਪਕ ਕਾਰਜਵਾਦ ਦੀ ਧਾਰਨਾ ਜਿਹੜੀ ਕਾਰਜਵਾਦੀਆਂ ਨੇ ਦਿੱਤੀ ਹੈ ਉਹ ਗਲਤ ਹੈ। ਨੈਕਸਟ ਹੈ ਮਰਟਨ ਦੇ ਅਨੁਸਾਰ ਜਿੱਥੇ ਇੱਕੋ ਜਿਹੀਆਂ ਇਕਾਈਆਂ ਵੱਖ-ਵੱਖ ਕੰਮ ਕਰਦੀਆਂ ਹਨ, ਉਸ ਤਰ੍ਹਾਂ ਵੱਖ-ਵੱਖ ਇਕਾਈਆਂ ਵੱਖ-ਵੱਖ ਸਮਾਜਾਂ ਵਿੱਚ ਇੱਕੋ ਜਿਹੇ ਕੰਮ ਵੀ ਕਰਦੀਆਂ ਹਨ। ਇਸ ਤਰ੍ਹਾਂ ਇਹ ਮਰਟਨ ਨੇ ਰੈਡਕਲਿਫ ਫਰੋਮ ਦੇ ਕਾਰਜਾਤਮਕਵਾਦ ਦੀ ਆਲੋਚਨਾ ਕੀਤੀ ਹੈ। ਰੈਡਕਲਿਫ ਫਰੋਮ ਦਾ ਕਾਰਜਾਤਮਕਵਾਦ ਕੀ ਹੈ ਉਸ ਨੇ ਡਿਟੇਲ ਦੇ ਵਿੱਚ ਸਮਝਿਆ ਹੈ। ਅਗਲੇ ਲੈਕਚਰ ਦੇ ਵਿੱਚ ਅਸੀਂ ਰੈਡਕਲਿਫ ਫਰੋਮ ਦੀ ਥਿਊਰੀ ਆਫ ਸੋਸ਼ਲ ਸਟਰਕਚਰ, ਸਮਾਜਿਕ ਸੰਰਚਨਾ ਦਾ ਸਿਧਾਂਤ ਡਿਸਕਸ ਕਰਾਂਗੇ। ਜੇਕਰ ਲੈਕਚਰ ਸਮਝ ਆ ਰਿਹਾ ਹੈ, ਤੁਹਾਡੀ ਹੈਲਪ ਹੋ ਰਹੀ ਹੈ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲੈਕਚਰ ਨੂੰ ਆਪਣੇ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਥੈਂਕ ਯੂ।